Hi, welcome to my YouTube channel. Topic of today's lecture is blood and blood cells. ਪਿਛਲੇ ਇੰਟਰੋਡਕਸ਼ਨ ਟੂ ਹੈਮੇਟੋਲੋਜੀ ਵਾਲੇ ਲੈਕਚਰ ਦੇ ਵਿੱਚ ਅਸੀਂ ਆਲਰੇਡੀ ਡਿਸਕਸ ਕਰ ਲਿਆ ਸੀ ਕਿ ਬਲੱਡ ਹੁੰਦਾ ਕੀ ਆ ਤੇ ਉਹਦੇ ਮੇਨ ਫੰਕਸ਼ਨਸ ਕੀ ਆ। ਸੋ ਇਸ ਲੈਕਚਰ ਦੇ ਵਿੱਚ ਅਸੀਂ ਬਲੱਡਸ ਕੰਪੋਨੈਂਟ ਤੇ ਉਹਦੇ ਬਲੱਡ ਸੈਲਸ ਬਾਰੇ ਪੜਾਂਗੇ। So blood is a specialized connective tissue which circulate in human body in a closed system with the help of arteries and vein. Yeah, with the help of arterial system or with the help of venous system which is called circulatory system. So blood की एक special connective tissue है ਜਿਹੜਾ ਸਾਡੀ body ਦੇ ਵਿੱਚ ਕੀ ਆ ਲਗਾਤਾਰ ਸਰਕੂਲੇਟ ਹੁੰਦਾ ਰਹਿੰਦਾ ਆਰਟਰੀਜ਼ ਤੇ ਵੀਨਸ ਦੀ ਮਦਦ ਦੇ ਨਾਲ। ਤੇ ਬਲੱਡ ਦੇ ਅਸੀਂ 3 ਕੰਪੋਨੈਂਟ ਪੜ੍ਹ ਚੁੱਕੇ ਹਾਂ ਆਲਰੇਡੀ। ਫਸਟ ਵਨ ਇਜ਼ ਦਾ ਪਲਾਜ਼ਮਾ ਜਿਹੜਾ ਕਿ ਹੋਲ ਬਲੱਡ ਦਾ 55% ਹੁੰਦਾ। ਦੈਨ 45% ਆਰ ਇਰੀਥਰੋਸਾਈਟਸ ਤੇ ਲੈਸ ਦੈਨ 1% ਇਨਕਲੂਡ ਲਿਊਕੋਸਾਈਟਸ ਐਂਡ ਪਲੇਟਲੈਟਸ। ਸੋ ਇਹ ਸੈਲਸ ਕੰਪੋਨੈਂਟ ਨੂੰ ਅਸੀਂ ਫਾਰਮਡ ਐਲੀਮੈਂਟਸ ਵੀ ਕਹਿ ਦਿੰਦੇ ਹਾਂ ਅਤੇ ਲਿਕੁਇਡ ਪੋਰਸ਼ਨ ਨੂੰ ਯੈਲੋਇਸ਼ ਪੋਰਸ਼ਨ ਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਅਤੇ ਇਸ ਪਲਾਜ਼ਮਾ ਦੇ ਵਿੱਚ ਹੀ ਬਾਕੀ ਜਿਹੜੇ ਸੈਲੂਲਰ ਕੰਪੋਨੈਂਟਸ ਹੈ ਸੈੱਲ ਕੰਪੋਨੈਂਟਸ ਹੈ ਉਹ ਫਲੋਟ ਕਰਦੇ ਆ, ਉਹਦੇ 'ਚ ਹੀ ਇੰਬੈਡਡ ਕਰਕੇ ਆਪਣੇ ਬਾਕੀ ਸਾਰੇ ਕੰਮ ਪੂਰੇ ਕਰਦੇ ਆ। So composition of blood. Whole blood is made up of mainly two components, plasma and formed elements. So plasma is further made up of water, amino acids, nutrients, proteins, nitrogenous waste, electrolyte and gases. So ਇਹਨਾਂ ਦੇ plasma ਦੇ different components ਦੇ different ਸਾਡੀ ਹਿਊਮਨ ਬੋਡੀ ਦੇ ਵਿੱਚ ਅਲੱਗ-ਅਲੱਗ ਕੰਮ ਹੈ। ਸੋ ਪਲਾਜ਼ਮਾ ਦੇ ਵਿੱਚ ਜਿਹੜਾ ਪ੍ਰੋਟੀਨ ਕੰਪੋਨੈਂਟ ਆ ਉਹਨੂੰ ਫਰਦਰ ਡਿਵਾਈਡ ਕਰ ਦਿੱਤਾ ਜਾਂਦਾ ਐਲਬੂਮਿਨ ਪ੍ਰੋਟੀਨ ਦੇ ਵਿੱਚ, ਫਾਈਬਰੀਨੋਜਨ ਪ੍ਰੋਟੀਨ ਦੇ ਵਿੱਚ ਅਤੇ ਗਲੋਬੂਲਿਨ ਪ੍ਰੋਟੀਨ ਦੇ ਵਿੱਚ। ਜਿਹੜਾ ਹੋਲ ਬਲੱਡ ਦਾ ਸੈਕੰਡ ਕੰਪੋਨੈਂਟ ਆ ਫਾਰਮਡ ਐਲੀਮੈਂਟਸ, ਇਹਦੇ ਵਿੱਚ ਕੀ ਆ ਸੈਲੂਲਰ ਕੰਪੋਨੈਂਟਸ ਸੈਲਸ ਆ ਜਾਂਦੇ ਆ ਜਿਹਨੂੰ ਆਪਾਂ ਲਿਊਕੋਸਾਈਟਸ, ਪਲੇਟਲੈਟਸ ਅਤੇ ਇਰੀਥਰੋਸਾਈਟਸ ਕਹਿੰਦੇ ਆ। ਲਿਊਕੋਸਾਈਟਸ ਇਜ਼ ਆਲਸੋ ਨੋਨ ਐਜ਼ WBCs ਵਾਈਟ ਬਲੱਡ ਸੈਲਸ, ਪਲੇਟਲੈਟ ਨੂੰ ਥਰੋਮਬੋਸਾਈਟਸ ਵੀ ਕਹਿ ਦਿੰਦੇ ਆ, ਇਰੀਥਰੋਸਾਈਟ ਇਜ਼ ਨੋਨ ਐਜ਼ ਰੈਡ ਬਲੱਡ ਸੈਲਸ ਜਾਂ ਰੈਡ ਬਲੱਡ ਕਾਰਪੋਸੈਲਸ। ਸੋ ਲਿਊਕੋਸਾਈਟਸ ਜਿਹੜੇ ਆ ਫਰਦਰ ਦੋ ਤਰ੍ਹਾਂ ਦੇ ਆ, ਗ੍ਰੈਨੂਲੋਸਾਈਟਸ ਐਂਡ ਗ੍ਰੈਨੂਲੋਸਾਈਟਸ। ਸੋ ਨਾਮ ਤੋਂ ਪਤਾ ਚੱਲ ਰਿਹਾ ਉਹ ਵਾਲੇ ਸੈਲਸ ਜਿਨ੍ਹਾਂ ਦੇ ਵਿੱਚ ਗ੍ਰੈਨੂਲਸ ਪ੍ਰੈਜ਼ੈਂਟ ਹੋਣ, ਗ੍ਰੈਨੂਲਸ ਮਤਲਬ ਗ੍ਰੇਨਸ ਦਾਣੇਦਾਰ ਸਾਈਟੋਪਲਾਜ਼ਮ ਹੋਵੇ ਜਿਨ੍ਹਾਂ ਦਾ ਦੇਖਣ ਦੇ ਵਿੱਚ, ਉਸ ਨੂੰ ਆਪਾਂ ਗ੍ਰੈਨੂਲੋਸਾਈਟ ਸੈਲਸ ਕਹਾਂਗੇ। ਤਾਂ ਉਹਦੀ ਐਗਜ਼ਾਮਪਲ ਕੀ ਹੋਗੀ ਨਿਊਟਰੋਫਿਲ, ਬੇਸੋਫਿਲ ਅਤੇ ਈਓਜ਼ੀਨੋਫਿਲਸ। ਇਹ ਗ੍ਰੈਨੂਲੋਸਾਈਟਸ ਮਤਲਬ ਉਹ ਵਾਲੇ ਸੈਲਸ ਜਿਨ੍ਹਾਂ ਵਿੱਚ ਗ੍ਰੈਨੂਲਸ ਪ੍ਰੈਜ਼ੈਂਟ ਨਹੀਂ ਆ, ਦਾਣੇਦਾਰ ਸਟਰਕਚਰਸ ਉਹਦੇ ਸਾਈਟੋਪਲਾਜ਼ਮ ਵਿੱਚ ਪ੍ਰੈਜ਼ੈਂਟ ਨਹੀਂ ਹੈਗਾ। ਉਹਦੀ ਫਰਦਰ ਕਲਾਸੀਫਿਕੇਸ਼ਨ ਲਿੰਫੋਸਾਈਟਸ ਅਤੇ ਮੋਨੋਸਾਈਟਸ। ਯਾਦ ਰੱਖਣ ਵਾਸਤੇ ਇੱਕ ਬੜਾ ਸਿੰਪਲ ਜਿਹਾ ਹੈਕ ਹੈ, ਜਿਵੇਂ ਕਹਿੰਦੇ ਕਿ ਪਿਆਰ ਦਾ ਰਾਸਤਾ ਜਿਹੜਾ ਹੈ ਜ਼ਿਆਦਾ ਆਸਾਨ ਨਹੀਂ ਹੁੰਦਾ, ਮਤਲਬ ਉਹਦੇ 'ਚ ਬਹੁਤ ਸਾਰੀਆਂ ਰੁਕਾਵਟਾਂ ਹੁੰਦੀਆਂ, ਮਤਲਬ ਪੱਥਰ ਹੁੰਦੇ ਆ। ਸੋ ਵਰਡ ਨਿਊਟਰੋਫਿਲ, ਬੇਸੋਫਿਲ, ਈਓਜ਼ੀਨੋਫਿਲ, ਇਹਦੇ ਪਿੱਛੇ ਫਿਲ ਲੱਗਾ, ਫਿਲ ਦਾ ਮਤਲਬ ਹੁੰਦਾ ਟੂ ਲਵ। ਸੋ ਜਿਹੜਿਆਂ ਦੇ ਸੈਲਸ ਦਾ ਨਾਮ ਫਿਲਸ ਦੇ ਨਾਲ ਖ਼ਤਮ ਹੋ ਰਿਹਾ ਅਤੇ ਉਹਨਾਂ ਦੇ ਪਿੱਛੇ ਸੁਫਿਕਸ ਜਿਹੜਾ ਹੈਗਾ ਫਿਲ ਲੱਗਾ ਹੋਇਆ ਜਿਹਦਾ ਮਤਲਬ ਟੂ ਲਵ ਹੁੰਦਾ, ਤਾਂ ਉਹ ਇਟ ਮੀਨਸ ਉਹਨਾਂ ਦੇ ਵਿੱਚ ਕੀ ਆ ਗ੍ਰੈਨੂਲਸ ਪ੍ਰੈਜ਼ੈਂਟ ਹੋਣਗੇ। ਸੋ ਜਿੰਨੇ ਵੀ ਫਿਲਸ ਹੋਣਗੇ ਉਹ ਸਾਰੇ ਗ੍ਰੈਨੂਲੋਸਾਈਟਸ ਹੋਣਗੇ ਅਤੇ ਜਿੰਨੇ ਵੀ ਸਾਈਟਸ ਹੋਣਗੇ ਉਹਨਾਂ ਦੇ ਵਿੱਚ ਕੋਈ ਵੀ ਗ੍ਰੈਨੂਲ ਪ੍ਰੈਜ਼ੈਂਟ ਨਹੀਂ ਹੋਊਗਾ, ਉਹ ਇਹ ਗ੍ਰੈਨੂਲੋਸਾਈਟਸ ਹੈ। ਸੋ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਫਿਲਸ ਦੇ ਵਿੱਚ ਗ੍ਰੈਨੂਲਸ ਪ੍ਰੈਜ਼ੈਂਟ ਹੈ, ਫਿਲਸ ਮੀਨਸ ਲਵ, ਅਤੇ ਸਾਈਟਸ ਦੇ ਵਿੱਚ ਕੀ ਹੈ ਗ੍ਰੈਨੂਲਸ ਪ੍ਰੈਜ਼ੈਂਟ ਨਹੀਂ ਹੁੰਦੇ ਅਤੇ ਇਹਨਾਂ ਨੂੰ ਆਪਾਂ ਇਹ ਗ੍ਰੈਨੂਲੋਸਾਈਟਸ ਕਹਿੰਦੇ ਹਾਂ। ਸੋ ਹਿਊਮਨ ਬੋਡੀ ਦਾ 8% ਜਿਹੜਾ ਫਲੂਇਡ ਕੰਪੋਨੈਂਟ ਆ ਉਹ ਬਲੱਡ ਦੇ ਨਾਲ ਬਣਿਆ ਹੁੰਦਾ ਅਤੇ ਬਲੱਡ ਨੂੰ ਅਸੀਂ ਫਰਦਰ 3 ਕੰਪੋਨੈਂਟਸ ਬਣ ਦਿੰਦੇ ਹਾਂ। ਹੋਲ ਬਲੱਡ ਨੂੰ ਫਾਰਮਡ ਐਲੀਮੈਂਟਸ, ਬਫੀ ਕੋਟ ਅਤੇ ਪਲਾਜ਼ਮਾ। ਫਾਰਮਡ ਐਲੀਮੈਂਟਸ ਦੇ ਵਿੱਚ ਸਾਡੇ ਕੋਲ 3 ਤਰ੍ਹਾਂ ਦੇ ਸੈੱਲ ਆ ਗਏ, WBCs, RBCs ਅਤੇ ਪਲੇਟਲੈਟਸ। ਪਲਾਜ਼ਮਾ ਦੇ ਵਿੱਚ ਸਾਡੇ ਕੋਲ ਪ੍ਰੋਟੀਨ, ਵਾਟਰ ਅਤੇ ਅਦਰ ਸੋਲਿਊਟਸ ਪ੍ਰੈਜ਼ੈਂਟ ਹੈ ਜਿਨ੍ਹਾਂ ਵਿੱਚ ਪ੍ਰੋਟੀਨਸ ਵੀ ਹੋ ਸਕਦੇ ਆ, ਆਇਨਸ, ਨਿਊਟਰੀਐਂਟਸ, ਵੇਸਟ ਪ੍ਰੋਡਕਟ ਅਤੇ ਗੈਸਿਸ ਹੋ ਸਕਦੀਆਂ। ਸੋ ਨਾਓ ਵੀ ਵਿਲ ਡਿਸਕਸ ਵਨ ਬਾਏ ਵਨ। ਪਲਾਜ਼ਮਾ ਜਿਹੜਾ 55% ਆ ਹੋਲ ਬਲੱਡ ਦਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੈਜ਼ੈਂਟ ਹੈ ਵਾਟਰ 90% ਦੇ ਕਰੀਬ। ਸੋ ਵਾਟਰ ਦਾ ਕੰਮ ਹੈ ਸੋਲਵੈਂਟ ਫॉर ਕੈਰਿੰਗ ਅਦਰ ਸਬਸਟਾਂਸਿਸ ਐਂਡ ਅਬਜ਼ੋਰਬ ਹੀਟ। ਇਹ ਕੀ ਹੈ ਇੱਕ ਮਾਧਿਅਮ ਹੈ ਸਬਸਟਾਂਸਿਸ ਨੂੰ ਜਾਂ ਬਾਇਓਮਾਲੀਕੂਲਸ ਨੂੰ ਬੋਡੀ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਵਾਸਤੇ, ਅਤੇ ਬੋਡੀ ਦੇ ਵਿੱਚ ਹੀਟ ਨੂੰ ਵੀ ਅਬਜ਼ੋਰਵ ਕਰਦੇ ਆ। ਪਲਾਜ਼ਮਾ ਦੇ ਹੋਰ ਕੰਪੋਨੈਂਟ ਸਾਲਟਸ ਹੋ ਗਏ ਜਿਹਨਾਂ ਨੂੰ ਆਪਾਂ ਇਲੈਕਟ੍ਰੋਲਾਈਟਸ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਕਲੋਰਾਈਡ, ਬਾਈਕਾਰਬੋਨੇਟਸ ਅਤੇ ਹੋਰ ਵੀ ਇਲੈਕਟ੍ਰੋਲਾਈਟਸ ਹੋ ਸਕਦੇ ਆ। ਸੋ ਇਹਨਾਂ ਸਾਲਟਸ ਜਾਂ ਇਲੈਕਟ੍ਰੋਲਾਈਟਸ ਦਾ ਕੰਮ ਹੈ ਬੋਡੀ ਦੇ ਵਿੱਚ ਆਸਮੋਟਿਕ ਬੈਲੈਂਸ ਨੂੰ, ਆਸਮੋਟਿਕ ਪ੍ਰੈਸ਼ਰ ਨੂੰ ਬਣਾ
ਬਣਾ ਕੇ ਰੱਖਣਾ, ਬੋਡੀ ਦੀ ਨੋਰਮਲ pH ਬਣਾ ਕੇ ਰੱਖਣਾ, ਬੋਡੀ ਦਾ ਬਫਰਿੰਗ ਸਿਸਟਮ ਨੂੰ ਮੇਨਟੇਨ ਕਰਕੇ ਰੱਖਣਾ ਅਤੇ ਸੈੱਲ ਮੈਂਬਰੇਨਸ ਦੀ ਪਰਮੇਬਿਲਿਟੀ ਨੂੰ ਬਣਾ ਕੇ ਰੱਖਣਾ। ਪਲਾਜ਼ਮਾ ਪ੍ਰੋਟੀਨ, ਪਲਾਜ਼ਮਾ ਕੰਪੋਨੈਂਟ ਦੇ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਾ, ਇਹਦੇ 'ਚ 3 ਪ੍ਰੋਟੀਨਸ ਹੁੰਦੇ ਆ, ਐਲਬੂਮਿਨ, ਫਾਈਬਰੀਨੋਜਨ ਅਤੇ ਗਲੋਬੂਲਿਨ। ਸੋ ਐਲਬੂਮਿਨ ਦਾ ਮੇਨ ਕੰਮ ਹੈ ਆਸਮੋਟਿਕ ਬੈਲੈਂਸ ਜਾਂ ਆਸਮੋਟਿਕ ਪ੍ਰੈਸ਼ਰ ਨੂੰ ਬਣਾ ਕੇ ਰੱਖਣਾ, ਜਾਂ ਬੋਡੀ ਦਾ pH ਜਾਂ ਬੋਡੀ ਦਾ ਬਫਰਿੰਗ ਕਪੈਸਿਟੀ ਨੂੰ ਮੇਨਟੇਨ ਕਰਕੇ ਰੱਖਣਾ। ਫਾਈਬਰੀਨੋਜਨ ਇਜ਼ ਰਿਸਪੋਂਸੀਬਲ ਫॉर ਕਲੌਟਿੰਗ ਆਫ ਬਲੱਡ ਨੂੰ ਜੰਮਣ ਵਾਸਤੇ। ਜਦੋਂ ਵੀ ਸਾਡਾ ਬਲੱਡ ਲਾਸ ਹੋ ਰਿਹਾ ਇੰਟਰਨਲ ਐਕਸਟਰਨਲ, ਤਾਂ ਉਹਦੇ ਲਾਸ ਨੂੰ ਰੋਕਣ ਵਾਸਤੇ ਬਲੱਡ ਜੰਮ ਜਾਂਦਾ। ਸੋ ਫਾਈਬਰੀਨੋਜਨ ਪ੍ਰੋਟੀਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਲੌਟਿੰਗ ਵਾਸਤੇ। ਗਲੋਬੂਲਿਨ ਪ੍ਰੋਟੀਨ ਜਿਹੜਾ ਆ ਇਹ ਸਾਡੀ ਬੋਡੀ ਦੇ ਵਿੱਚ ਐਂਟੀਬੋਡੀਜ਼, ਜਿਹਨੂੰ ਆਪਾਂ ਡਿਫੈਂਸ ਬੋਡੀਜ਼ ਵੀ ਕਹਿ ਦਿੰਦੇ ਆ, ਇਮਿਊਨੋਗਲੋਬਿਨਸ, ਉਹ ਬਣਾਉਂਦਾ, ਜਾਂ ਲਿਪਿਡ ਟਰਾਂਸਪੋਰਟ ਜਾਂ ਅਦਰ ਬਾਇਓਮੋਲੀਕਿਊਲਸ ਟਰਾਂਸਪੋਰਟ, ਇਹਨਾਂ ਨੂੰ ਟਰਾਂਸਪੋਰਟ ਕਰਨ ਦੇ ਵਿੱਚ ਮਦਦ ਕਰਦਾ। ਜਿਹਦੇ ਵੀ ਪ੍ਰੋਟੀਨ ਦੇ ਪਿੱਛੇ ਗਲੋਬੂਲਿਨ ਲੱਗਾ ਹੋਏਗਾ ਔਰ ਕੋਈ ਨਾ ਕੋਈ ਬਾਇਓਮੋਲੀਕਿਊਲਸ ਨੂੰ ਬੋਡੀ ਦੇ ਵਿੱਚ ਟਰਾਂਸਪੋਰਟ ਕਰੇਗਾ। ਸੋ ਇਸ ਤੋਂ ਇਲਾਵਾ ਪਲਾਜ਼ਮਾ ਦੇ ਵਿੱਚ ਬਹੁਤ ਸਾਰੇ ਕੰਪੋਨੈਂਟਸ ਹੋਰ ਵੀ ਪ੍ਰੈਜ਼ੈਂਟ ਹੁੰਦੇ, ਜਿਵੇਂ ਨਿਊਟਰੀਐਂਟਸ, ਗਲੂਕੋਜ਼, ਫੈਟੀ ਐਸਿਡ, ਅਮਾਈਨੋ ਐਸਿਡਸ ਅਤੇ ਵਿਟਾਮਿਨਸ। ਸੋ ਇਹ ਸਾਰੇ ਬਾਇਓਮੋਲੀਕਿਊਲਸ ਬੋਡੀ ਦੇ ਸੈੱਲਸ ਨੂੰ ਸਰਵਾਈਵ ਕਰਨ ਵਾਸਤੇ, ਜ਼ਿੰਦਾ ਰਹਿਣ ਵਾਸਤੇ, ਉਹਨਾਂ ਦੀ ਖੁਰਾਕ ਵਾਸਤੇ ਅਤੇ ਉਹਨਾਂ ਦੇ ਲਾਈਫ ਸਾਈਕਲ ਨੂੰ ਸ਼ੁਰੂ ਕਰਨ ਅਤੇ ਕੰਪਲੀਟ ਕਰਨ ਵਾਸਤੇ ਜ਼ਰੂਰੀ ਹੈ। ਸੋ ਇਸ ਤੋਂ ਇਲਾਵਾ ਪਲਾਜ਼ਮਾ ਦੇ ਵਿੱਚ ਵੇਸਟ ਪ੍ਰੋਡਕਟ ਵੀ ਹੈ ਮੈਟਾਬੋਲਿਜ਼ਮ ਦਾ, ਜਿਹੜਾ ਸਾਡੀ ਬੋਡੀ ਦੇ ਵਿੱਚ ਪ੍ਰੋਡਿਊਸ ਹੁੰਦਾ, ਜਿਵੇਂ ਕਿ ਯੂਰੀਆ, ਯੂਰਿਕ ਐਸਿਡ ਵੀ ਪ੍ਰੈਜ਼ੈਂਟ ਹੋ ਸਕਦੇ ਆ। ਰੈਸਪਾਇਰੇਟਰੀ ਗੈਸਿਸ ਵੀ ਹੁੰਦੀਆਂ, ਜਿਵੇਂ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ, ਅਤੇ ਕੁਛ ਅਮਾਊਂਟ ਤੱਕ ਕੀ ਆ ਪਲਾਜ਼ਮਾ ਦੇ ਅੰਦਰ ਹਾਰਮੋਨਸ ਵੀ ਪ੍ਰੈਜ਼ੈਂਟ ਹੁੰਦਾ। ਸੋ ਪਲਾਜ਼ਮਾ ਇੱਕ ਬਹੁਤ ਜ਼ਿਆਦਾ ਕੰਪਲੈਕਸ ਲਿਕੁਇਡ ਪੋਰਸ਼ਨ ਹੈ ਹੋਲ ਬਲੱਡ ਦਾ, ਜਿਹਦੇ ਵਿੱਚ ਵਾਟਰ, ਸਾਲਟ, ਪਲਾਜ਼ਮਾ ਪ੍ਰੋਟੀਨ ਅਤੇ ਅਦਰ ਬਾਇਓਮੋਲੀਕਿਊਲਸ, ਵੇਸਟ ਪ੍ਰੋਡਕਟ, ਨਿਊਟਰੀਐਂਟਸ ਅਤੇ ਹਾਰਮੋਨਸ ਅਤੇ ਗੈਸਿਸ ਹੋ ਸਕਦੀਆਂ। ਸੋ ਅਦਰ ਕੰਪੋਨੈਂਟ ਜਿਹੜਾ 45% ਹੋਲ ਬਲੱਡ ਦਾ ਬਣਾਉਂਦਾ, ਦੈਟ ਇਜ਼ ਦਾ ਫਾਰਮਡ ਐਲੀਮੈਂਟਸ ਜਾਂ ਸੈਲੂਲਰ ਕੰਪੋਨੈਂਟ ਆਫ ਦਾ ਬਲੱਡ। ਸੋ ਇਹਦੇ 'ਚ 3 ਤਰ੍ਹਾਂ ਦੇ ਸੈੱਲ ਆ ਜਾਂਦੇ ਆ ਸਾਡੇ ਕੋਲ, ਇਰੀਥਰੋਸਾਈਟਸ ਵਿਚ ਇਜ਼ ਆਲਸੋ ਨੋਨ ਐਜ਼ ਰੈਡ ਬਲੱਡ ਸੈਲਸ, ਦੈਨ ਲਿਊਕੋਸਾਈਟਸ ਵਿਚ ਇਜ਼ ਆਲਸੋ ਨੋਨ ਐਜ਼ ਵਾਈਟ ਬਲੱਡ ਸੈਲਸ, which will be further divided into granulocytes and agranulocytes. Then last one is the platelets. So ਲਿਊਕੋਸਾਈਟਸ, WBCs ਅਤੇ ਪਲੇਟਲੈਟਸ ਵਾਲੇ ਕੰਪੋਨੈਂਟ ਨੂੰ ਸਮਟਾਈਮਸ ਅਸੀਂ ਬਫੀ ਕੋਟ ਵੀ ਕਹਿ ਦਿੰਦੇ ਹਾਂ। ਸੋ ਇਰੀਥਰੋਸਾਈਟਸ ਜਿਹੜਾ ਹੈਗਾ ਉਹ ਮੇਨਲੀ ਰੈਡ ਬਲੱਡ ਸੈਲਸ ਉਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਅਤੇ ਇਹਨਾਂ ਦੀ ਜਿਹੜੀ ਗਿਣਤੀ ਆ 4 to 6 ਮਿਲੀਅਨਸ ਹੋ ਸਕਦੀ ਹੈ। ਅਤੇ RBCs, ਰੈਡ ਬਲੱਡ ਕਾਰਪੂਸਲਸ ਦਾ ਮੇਨ ਕੰਮ ਕੀ ਆ, ਆਕਸੀਜਨ ਨੂੰ ਕੈਰੀ ਕਰਨਾ ਜਾਂ ਗੈਸਿਸ ਐਕਸਚੇਂਜ ਨੂੰ ਕੈਰੀ ਆਊਟ ਕਰਨਾ। ਸੋ ਐਕਸਚੇਂਜ ਹੁੰਦਾ ਕਾਰਬਨ ਡਾਈਆਕਸਾਈਡ ਦਾ ਅਤੇ ਆਕਸੀਜਨ ਦਾ ਬੋਡੀ ਦੇ ਵਿੱਚ। ਸੋ ਇਹ ਮੇਨਲੀ RBCs ਕਰਕੇ ਹੁੰਦਾ, ਕਿਉਂਕਿ RBCs ਦੇ ਅੰਦਰ ਹੀਮੋਗਲੋਬਿਨ ਹੈ, ਅਤੇ ਹੀਮੋਗਲੋਬਿਨ ਦੇ ਅੰਦਰ ਆਇਰਨ ਪ੍ਰੈਜ਼ੈਂਟ ਹੈ, ਜਿਹੜਾ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਨਾਲ ਬਾਈਂਡ ਕਰਦਾ। ਅਤੇ ਲਿਊਕੋਸਾਈਟਸ ਦੇ ਵਿੱਚ ਗ੍ਰੈਨੂਲੋਸਾਈਟਸ ਅਤੇ ਏਗ੍ਰੈਨੂਲੋਸਾਈਟਸ। ਸੋ ਜਿੰਨੇ ਵੀ ਫਿਲਸ ਹੈਗੇ ਉਹ ਸਾਰੇ ਏਗ੍ਰੈਨੂਲੋਸਾਈਟਸ ਹੋਣਗੇ, ਜਿਵੇਂ ਕਿ ਗ੍ਰੈਨੂਲੋਸਾਈਟਸ ਹੋਣਗੇ, ਜਿਵੇਂ ਬੇਸੋਫਿਲ, ਈਓਜ਼ਿਨੋਫਿਲ ਅਤੇ ਨਿਊਟ੍ਰੋਫਿਲ। ਅਤੇ ਸਾਈਟਸ, ਲਿੰਫੋਸਾਈਟਸ ਅਤੇ ਮੋਨੋਸਾਈਟਸ, ਇਹਨਾਂ ਦਾ ਮੇਨ ਕੰਮ ਕੀ ਆ, ਬੋਡੀ ਨੂੰ ਡਿਫੈਂਸ ਮੈਕੈਨਿਜ਼ਮ ਪ੍ਰੋਵਾਈਡ ਕਰਨਾ ਜਾਂ ਇਮਿਊਨਿਟੀ ਪ੍ਰੋਵਾਈਡ ਕਰਨਾ, ਸਰੀਰ ਦੀ ਪ੍ਰਤੀਰੋਧਕ ਸ਼ਮਤਾ, ਬਿਮਾਰੀ ਦੇ ਅਗੇਂਸਟ ਲੜਨ ਦੀ ਤਾਕਤ ਜਿਹੜੀ ਹੈ WBCs ਤੋਂ ਆਉਂਦੀ ਹੈ। ਸੋ ਇਹਨਾਂ ਦੀ ਸੰਖਿਆ ਜਿਹੜੀ ਹੈਗੀ ਆ 4000 ਤੋਂ ਲੈ ਕੇ 11000 ਤੱਕ ਹੋ ਸਕਦੀ ਹੈ, 4000 ਤੋਂ 11000 ਤੱਕ। ਅਤੇ ਪਲੇਟਲੈਟ 1.5 ਲੱਖ ਤੋਂ ਲੈ ਕੇ 5 ਲੱਖ ਤੱਕ ਹੋ ਸਕਦੀ ਹੈ। ਸੋ ਇਹ ਪਲੇਟਲੈਟਸ ਦਾ ਮੇਨ ਕੰਮ ਕੀ ਆ, ਬਲੱਡ ਕਲੌਟਿੰਗ, ਬਲੱਡ ਨੂੰ ਕਲੌਟ ਕਰਨ, ਜੰਮਣ ਵਿੱਚ ਮਦਦ ਕਰਨਾ ਜਦੋਂ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੋਟ ਲੱਗੇ। ਸੋ ਇਹ ਕੌਂਸਟੀਟਿਊਟ ਕਰਦੇ ਆ ਫਾਰਮਡ ਸੈਲਸ ਜਾਂ ਸੈਲੂਲਰ ਕੰਪੋਨੈਂਟ ਜਾਂ ਬਲੱਡ ਸੈਲਸ ਆਫ ਦਾ ਹੋਲ ਬਲੱਡ। ਸੋ ਇਹ ਡਾਇਗਰਾਮ ਨਾਲ ਕਲੀਅਰ ਹੋ ਜਾਂਦਾ ਹੈ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਪਲੂਰੀਪੋਟੈਂਟ ਸਟੈਮ ਸੈਲਸ ਹੈ, ਉਸ ਤੋਂ ਫਰਦਰ ਸੈਲੂਲਰ ਕੰਪੋਨੈਂਟ ਨੂੰ ਆਪਾਂ 2 ਹਿੱਸਿਆਂ 'ਚ ਵੰਡ ਸਕਦੇ ਹਾਂ, ਮਾਈਲੋਇਡ ਸਟੈਮ ਸੈਲਸ ਅਤੇ ਲਿੰਫੋਇਡ ਸਟੈਮ ਸੈਲਸ। ਮਾਈਲੋਇਡ ਸਟੈਮ ਸੈਲ ਤੋਂ RBC ਪ੍ਰੋਡਕਸ਼ਨ ਹੁੰਦੀ ਆ, ਪਲੇਟਲੈਟ ਅਤੇ ਗ੍ਰੈਨੂਲੋਸਾਈਟਸ ਜਾਂ WBCs। ਸੋ ਪਲੂਰੀਪੋਟੈਂਟ ਸਟੈਮ ਸੈਲ ਤੋਂ RBCs, WBCs ਅਤੇ ਪਲੇਟਲੈਟ ਬਣੇਗਾ। ਅਤੇ ਲਿੰਫਾਇਡ ਸੀਰੀਜ਼ ਤੋਂ ਸਾਡੇ ਕੋਲ ਲਿੰਫੋਸਾਈਟਸ ਅਤੇ ਮੋਨੋਸਾਈਟਸ ਜਾਂ ਨੈਚੁਰਲ ਕਿਲਰ ਸੈਲਸ ਬਣਦੇ ਆ। ਸੋ ਇਸ ਪਿਕਚਰ ਤੋਂ ਬਿਲਕੁਲ ਕਲੀਅਰ ਹੋ ਜਾਂਦਾ ਕਿ ਸਾਡੇ ਕੋਲ WBCs ਨਿਊਟ੍ਰੋਫਿਲ, ਈਓਜ਼ਿਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, WBCs ਦੀ ਕਲਾਸ ਹੈ। ਸੋ ਜਿੰਨੇ ਵੀ ਫਿਲਸ ਹੋਣਗੇ ਉਹਨਾਂ ਦੇ ਸਾਈਟੋਪਲਾਜ਼ਮ ਦੇ ਵਿੱਚ ਗ੍ਰੈਨਿਊਲਸ, ਦਾਣੇਦਾਰ ਸਟਰਕਚਰ, ਦਾਣੇਦਾਰ ਡਾਟਰਡ ਸਾਈਟੋਪਲਾਜ਼ਮ ਨਜ਼ਰ ਆਏਗਾ। ਜਿੰਨੇ ਵੀ ਸਾਈਟਸ ਹੋਣਗੇ ਉਹ ਜਿਹੜੇ ਹੈਗੇ ਆ ਉਹਨਾਂ ਦਾ ਸਾਈਟੋਪਲਾਜ਼ਮ ਬਿਲਕੁਲ ਕਲੀਅਰ ਹੋਏਗਾ। ਸੋ ਇਸ ਲੈਕਚਰ ਦੇ ਵਿੱਚ ਆਪਾਂ ਬਲੱਡ ਸੈਲਸ ਦੇ ਕੰਪੋਨੈਂਟ ਬਾਰੇ ਪੜ੍ਹਿਆ, ਅਤੇ ਬਲੱਡ ਕੰਪੋਨੈਂਟ ਦਾ ਫਰਦਰ ਡਿਵੀਜ਼ਨ ਜਿਹੜੀ ਹੈ ਬਲੱਡ ਸੈਲਸ ਉਹ ਪੜ੍ਹਿਆ। ਸੋ ਇਸ ਦੇ ਨਾਲ ਹੀ ਤੁਹਾਡੇ ਇਸ ਲੈਕਚਰ ਦੇ ਵਿੱਚ ਬਲੱਡ ਸੈਲਸ ਕਵਰ ਹੋ ਜਾਂਦੇ ਆ। ਥੈਂਕਸ।